सत्कारयोग साध संगत जीओ, जिस तरह आप जी नूं पता ही है कि अज आपां सुखमनी साहब जी दी अष्टपदी नंबर 12 ਅਤੇ ਉਸ ਦਾ ਬੰਦ ਨੰਬਰ 2 ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇਹ ਪਵਿੱਤਰ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 278 ਉੱਤੇ ਦਰਜ ਹਨ। ਸੋ ਅੱਜ ਦੀ ਇਸ ਕਥਾ ਦੀ ਵਿਚਾਰ यानी इस बंद ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ मैं ਆਪ ਸਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਅਤੇ ਸਾਰਿਆਂ ਲਈ, ਕੇਵਲ ਆਪਣੇ ਲਈ ਹੀ ਨਹੀਂ, ਸਾਰਿਆਂ ਲਈ, ਸਾਰੇ ਮਾਨਵਤਾ, ਸਾਰੇ ਜੀ ਜੰਤ ਜਿੰਨੇ ਵੀ ਇਸ ਬ੍ਰਹਿਮੰਡ ਵਿੱਚ ਵਸਦੇ ਨੇ, ਸਭਨਾਂ ਦੇ ਭਲੇ ਲਈ ਕਾਮਨਾ ਕਰਦਾ ਹਾਂ। ਵਾਹਿਗੁਰੂ ਮਿਹਰ ਕਰੇ, ਸਭਨਾਂ ਨੂੰ ਸੁਖ ਸ਼ਾਂਤੀ ਦੇਵੇ, ਤੰਦਰੁਸਤੀ ਦੇਵੇ। ਤੇ ਜਿਵੇਂ ਹਰਪਾਲ ਭੈਣ ਜੀ ਨੇ ਦੱਸਿਆ, ਇੰਡੀਆ ਵਿੱਚ ਜਿਵੇਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਆਪਾਂ ਸਾਰੇ ਸਮਝਦੇ ਹਾਂ ਕਿ ਕਿੰਨੀ ਠੰਡ ਪੈ ਰਹੀ ਹੈ ਅੱਜ ਕੱਲ੍ਹ। ਦਿੱਲੀ ਵਿੱਚ ਉਹ ਦੱਸ ਰਹੇ ਨੇ ਕਿ ਬਰਸਾਤ ਹੋ ਰਹੀ ਹੈ 2-3 ਦਿਨਾਂ ਤੋਂ, ਠੰਡੀ ਹਵਾ ਚੱਲ ਰਹੀ ਹੈ, ਧੁੰਦ ਪੈ ਰਹੀ ਹੈ। ਲੇਕਿਨ ਉਹ ਸਭ ਕੁਝ ਦੇ ਹੋਣ ਦੇ ਬਾਵਜੂਦ ਵੀ ਕਿਸਾਨ ਜਿਹੜੇ ਨੇ ਉਹ ਪੂਰੇ ਭਾਰਤ ਤੋਂ ਦਿੱਲੀ ਪਹੁੰਚ ਕੇ ਉਹ ਆਪਣੇ ਜੋ ਉਹਨਾਂ ਦਾ ਨਿਸ਼ਾਨਾ ਹੈ ਉਹਦੀ ਪ੍ਰਾਪਤੀ ਲਈ ਉਹ ਡਟੇ ਹੋਏ ਨੇ। ਸੋ ਵਾਹਿਗੁਰੂ ਕਰੇ ਉਹਨਾਂ ਨੂੰ ਵੀ ਕਾਮਯਾਬੀ ਮਿਲੇ। ਤੇ ਸਭ ਤੋਂ ਵੱਡੀ ਗੱਲ ਤੇ ਮੈਂ ਇਹ ਆਖਦਾ ਹੁੰਨਾ ਕਿ ਉੱਥੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਜਿਸ ਤਰ੍ਹਾਂ ਉਹ ਸਾਰੇ ਭੈਣ ਭਰਾ ਆਪਣੇ ਉਸ ਕਾਰਜ ਲਈ ਇਕੱਠੇ ਹੋਏ ਨੇ, ਜਦੋਂ ਉਹਨਾਂ ਨੂੰ ਕਾਮਯਾਬੀ ਮਿਲੇ ਤੇ ਉਹ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਵਾਪਸ ਜਾਣ, ਇਹ ਮੇਰੀ ਦਿਲੀ ਕਾਮਨਾ ਹੈ ਉਹਨਾਂ ਸਾਰਿਆਂ ਲਈ ਵੀ। ਸੋ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵਿਚਾਰ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਇਸ ਅਸ਼ਟਪਦੀ ਦਾ ਜਿਹੜਾ ਸ਼ਲੋਕ ਹੈ ਉਹ ਹੈ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਇਸ ਸ਼ਲੋਕ ਤੋਂ ਸਾਨੂੰ ਸਮਝ ਪੈਂਦੀ ਹੈ ਕਿ ਗੁਰੂ ਜੀ 2 ਤਰ੍ਹਾਂ ਦੇ ਲੋਕਾਂ ਦੀ ਗੱਲ ਇਹਦੇ ਵਿੱਚ ਕਰਦੇ ਨੇ। ਇੱਕ ਇਸ ਕਿਸਮ ਦੇ ਲੋਕ ਨੇ ਜਿਹੜੇ ਹੰਕਾਰ ਤੋਂ ਰਹਿਤ ਨੇ, ਜਿਨ੍ਹਾਂ ਨੂੰ ਮਸਕੀਨ ਆਖਿਆ ਜਾਂਦਾ ਹੈ। ਮਸਕੀਨ ਦਾ ਮਤਲਬ ਹੁੰਦਾ ਨਿਮਰਤਾ ਵਾਲਾ ਮਨੁੱਖ, ਗਰੀਬੀ ਧਾਰਨ ਜਿਸ ਨੇ ਕੀਤੀ ਹੋਵੇ, ਇਹੋ ਜਿਹਾ ਕੋਈ ਆਦਮੀ, ਉਸ ਨੂੰ ਮਸਕੀਨੀਆਂ ਆਖਦੇ ਨੇ। ਤੇ ਅਹੰਕਾਰੀਆ ਦਾ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਇਹ 2 ਤਰ੍ਹਾਂ ਦੇ ਲੋਕਾਂ ਦੀ ਗੱਲ ਗੁਰੂ ਜੀ ਨੇ ਕੀਤੀ ਹੈ। ਤੇ ਇਹ ਗੱਲ ਸਮਝਾਈਏ ਕਿ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ ਨਿਮਰਤਾ ਧਾਰਨ ਕਰ ਲੈਂਦਾ ਹੈ, ਗਰੀਬੀ ਸੁਭਾਅ ਵਾਲਾ ਬਣ ਜਾਂਦਾ ਹੈ, ਉਹ ਸੰਸਾਰ ਵਿੱਚ ਸੁਖੀ ਵਸਦਾ ਹੈ। ਉਹਨੂੰ ਸਾਰੇ ਆਤਮਿਕ ਸੁੱਖ ਪ੍ਰਾਪਤ ਹੋ ਜਾਂਦੇ ਨੇ। ਤੇ ਜਿਹੜੇ ਲੋਕ ਆਪਣੀ ਜ਼ਿੰਦਗੀ ਹੰਕਾਰ ਵਿੱਚ ਰਹਿ ਕੇ ਜਿਉਂਦੇ ਨੇ, ਉਹਨਾਂ ਬਾਰੇ ਲਿਖਿਆ, ਭਾਵੇਂ ਉਹ ਕਿੰਨੇ ਵੀ ਵੱਡੇ ਕਿਉਂ ਨਾ ਹੋਣ, ਉਹ ਆਪਣੇ ਹੰਕਾਰ ਵਿੱਚ ਹੀ ਸੜ ਗਲ ਜਾਂਦੇ ਨੇ। ਸੋ ਇਹ 2 ਬਚਨ ਗੁਰੂ ਜੀ ਨੇ ਸ਼ਲੋਕ ਵਿੱਚ ਸਾਡੇ ਨਾਲ ਸਾਂਝੇ ਕੀਤੇ ਨੇ। ਸੋ ਜਿਹੜੀ ਅਸ਼ਟਪਦੀ ਉਹਦੇ ਵਿੱਚ ਤਕਰੀਬਨ ਇਸ ਤਰ੍ਹਾਂ ਦੇ 2 ਪ੍ਰਕਾਰ ਦੇ ਲੋਕਾਂ ਦੀ ਗੱਲ ਹੀ ਹੋਏਗੀ। ਹੁਣ ਉਹਨਾਂ ਨੇ ਸਾਨੂੰ ਪਹਿਲੇ ਬੰਦ ਵਿੱਚ ਵੀ ਇਹੋ ਹੀ ਗੱਲ ਸਮਝਾਈ ਸੀ ਤੇ ਦੂਜੇ ਵਿੱਚ ਵੀ ਇਹੋ ਹੀ ਗੱਲ ਕਰਨਾ ਚਾਹੁੰਦੇ ਨੇ। ਸ਼ੁਰੂ ਇੱਥੋਂ ਕਰਦੇ ਨੇ
ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਛ ਸੰਗ ਨਾ ਜਾਵੈ। ਜਿਹੜਾ ਮਨੁੱਖ ਆਪਣੇ ਆਪ ਨੂੰ ਧਨਵੰਤਾ ਦਾ ਮਤਲਬ ਹੈ ਧਨਵਾਨ ਹੋਣਾ ਮੰਨਦਾ ਹੈ, ਸਮਝਦਾ ਹੈ, ਜਾਂ ਜਿਹੜਾ ਇਹ ਗੱਲ ਸਮਝਦਾ ਹੈ ਕਿ ਮੇਰੇ ਕੋਲ ਬਹੁਤ ਸਾਰਾ ਧਨ ਹੈ ਅਤੇ ਉਸ ਧਨ ਦੇ ਹੋਣ ਦੇ ਕਰਕੇ ਉਹ ਹੰਕਾਰ ਵਿੱਚ ਰਹਿੰਦਾ ਹੈ ਕਿ ਮੈਨੂੰ ਕਿਸੇ ਦੀ ਕੀ ਪਰਵਾਹ ਹੈ। ਗੁਰੂ ਜੀ ਆਖਦੇ ਨੇ ਤ੍ਰਿਣ ਸਮਾਨ ਕਛ ਸੰਗ ਨਾ ਜਾਵੈ। ਉਹਦੇ ਨਾਲ ਜਿਹੜਾ ਆਪਣੇ ਕੋਲ ਬਹੁਤ ਸਾਰਾ ਧਨ ਹੋਣ ਦਾ ਅਹੰਕਾਰ ਕਰਦਾ ਹੈ, ਜਦੋਂ ਇਸ ਸੰਸਾਰ ਨੂੰ ਉਹ ਬੰਦਾ ਛੱਡ ਕੇ ਜਾਏਗਾ, ਤ੍ਰਿਣ ਦਾ ਮਤਲਬ ਹੁੰਦਾ ਹੈ ਇੱਕ ਤਿਨਕੇ ਜਿੰਨਾ ਵੀ, ਇੱਕ ਕਿਨਕੇ ਜਿੰਨਾ ਵੀ ਕੋਈ ਵੀ ਸਮਾਨ ਜਿਹੜਾ ਉਹਨੇ ਇਕੱਠਾ ਕੀਤਾ ਇਸ ਦੁਨੀਆ ਦੇ ਅੰਦਰ, ਜਿਹਦਾ ਉਹ ਹੰਕਾਰ ਕਰਦਾ ਰਹਿੰਦਾ ਹੈ, ਕੋਈ ਵੀ ਚੀਜ਼ ਉਹਦੇ ਨਾਲ ਇੱਕ ਤਿਨਕਾ ਮਾਤਰ ਵੀ ਇੱਥੋਂ ਨਹੀਂ ਜਾਣੀ। ਆਪਾਂ ਇਹ ਵੀ ਸਮਝਦੇ ਹਾਂ ਕਿ ਤਿਨਕਾ ਮਾਤਰ ਤਾਂ ਕੀ ਜਾਣਾ, ਸਾਡੇ ਨਾਲ ਸਾਡਾ ਸਰੀਰ ਵੀ ਨਹੀਂ ਜਾਣਾ। ਸਾਡੇ ਕੀਤੇ ਕਰਮ ਸਾਡੇ ਨਾਲ ਜਾਣਗੇ, ਚਾਹੇ ਅਸੀਂ ਅਹੰਕਾਰ ਵਿੱਚ ਰਹਿ ਕੇ ਕਰਮ ਕਮਾ ਲਈਏ ਤੇ ਚਾਹੇ ਅਸੀਂ ਨਿਮਰਤਾ ਵਿੱਚ ਰਹਿ ਕੇ ਕਰਮ ਕਮਾ ਲਈਏ। ਜਿਹੋ ਜਿਹੇ ਵੀ ਕਰਮ ਕਮਾਵਾਂਗੇ ਉਹ ਕਰਮ ਸਾਡਾ ਸਾਥ ਜ਼ਰੂਰ ਦੇਣਗੇ। ਬਾਕੀ ਇਸ ਸੰਸਾਰ ਵਿੱਚੋਂ ਕੋਈ ਵੀ ਚੀਜ਼ ਸਾਡੇ ਨਾਲ ਜਾਣ ਵਾਲੀ ਨਹੀਂ। ਆਪ ਸਾਰੀ ਸੰਗਤ ਨੂੰ ਉਸ ਇੱਕ ਕਹਾਣੀ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਤੁਸੀਂ ਉਹ ਇਤਿਹਾਸ ਤੇ ਬਹੁਤ ਵਾਰੀ ਸੁਣਿਆ ਹੋਵੇਗਾ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਲਾਹੌਰ ਗਏ ਸਨ, ਉੱਥੇ ਇੱਕ ਬੜਾ ਅਮੀਰ ਆਦਮੀ ਉਹਨਾਂ ਨੂੰ ਮਿਲਿਆ ਸੀ, ਜਿਹਦੇ ਕੋਲ ਉਸ ਵਕਤ ਕਰੋੜਾਂ ਦਾ ਧਨ ਇਕੱਠਾ ਉਸਨੇ ਕੀਤਾ ਹੋਇਆ ਸੀ ਔਰ ਲੋਕ ਸ਼ਾਇਦ ਉਹਨੂੰ ਕਰੋੜੀਆ ਆਖਦੇ ਸਨ। ਜਦੋਂ ਉਸ ਬੰਦੇ ਦੀ ਹਾਲਤ ਗੁਰੂ ਜੀ ਨੇ ਵੇਖੀ ਸੀ ਤਾਂ ਗੁਰੂ ਜੀ ਨੇ ਆਪਣੇ ਕੋਲੋਂ ਇੱਕ ਸੂਈ ਦਿੱਤੀ ਸੀ ਉਸ ਨੂੰ ਤੇ ਆਖਣ ਲੱਗੇ, ਲੈ ਭਾਈ ਗੁਰਮੁਖਾ, ਆ ਸੂਈ ਤੂੰ ਆਪਣੇ ਕੋਲ ਰੱਖ ਲਾ, ਅਸੀਂ ਇਹ ਸੂਈ ਤੇਰੇ ਕੋਲੋਂ ਦਰਗਾਹ ਵਿੱਚ ਲੈ ਲਾਂਗੇ, ਅਗਲੇ ਜਹਾਨ ਵਿੱਚ ਲੈ ਲਵਾਂਗੇ। ਉਹਨੂੰ ਅਸਲ 'ਚ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਅਗਲੇ ਜਹਾਨ ਵਿੱਚ ਜਾਂ ਦਰਗਾਹ ਵਿੱਚ ਮੇਰੇ ਨਾਲ ਕੋਈ ਵੀ ਚੀਜ਼ ਨਹੀਂ ਜਾਣ ਵਾਲੀ। ਉਹ ਤੇ ਹੰਕਾਰ ਵਿੱਚ ਮਸਤ ਸੀ, ਆਪਣੀ ਮਾਇਆ ਦੇ ਉਹਦੇ ਵਿੱਚ ਹੀ ਸਾਰੀ ਜ਼ਿੰਦਗੀ ਉਹਨੇ ਬਿਤਾ ਲਈ ਸੀ। ਕਿਵੇਂ ਗਰੀਬਾਂ ਦਾ ਖੂਨ ਨਿਚੋੜ ਕੇ ਉਹਨੇ ਮਾਇਆ ਇਕੱਠੀ ਕੀਤੀ ਸੀ। ਉਹ ਸੂਈ ਲੈ ਕੇ ਆਪਣੇ ਘਰ ਚਲਾ ਗਿਆ ਤੇ ਆਪਣੀ ਘਰਵਾਲੀ ਨੂੰ ਉਹ ਸੂਈ ਜਾ ਕੇ ਫੜਾ ਦਿੱਤੀ ਵੀ ਲੈ ਇਹਨੂੰ ਸੰਭਾਲ ਕੇ ਰੱਖ, ਇਹ ਸੂਈ ਗੁਰੂ ਨਾਨਕ ਸਾਹਿਬ ਦੀ ਏ ਤੇ ਉਹਨਾਂ ਨੇ ਮੈਨੂੰ ਆਖਿਆ ਵੀ ਜਦੋਂ ਤੂੰ ਅਗਲੇ ਜਹਾਨ ਵਿੱਚ ਦਰਗਾਹ ਵਿੱਚ ਮੈਨੂੰ ਮਿਲੇਗਾ ਉਦੋਂ ਦੇ ਦੇਈਂ, ਇਹ ਸੰਭਾਲ ਕੇ ਰੱਖ ਲੈ, ਜਦੋਂ ਮੈਂ ਜਾਵਾਂਗਾ ਮੈਨੂੰ ਫੜਾ ਦੀ, ਮੈਂ ਇਹ ਲੈ ਜਾਵਾਂਗਾ, ਯਾਦ ਨਾਲ ਮੈਨੂੰ ਦੇ ਦੇਈਂ। ਉਹਨੇ ਉਹਨੂੰ ਸਮਝਾਇਆ ਵੀ ਤੂੰ ਕਿਹੜੇ ਭੁਲੇਖੇ ਵਿੱਚ ਜਿਉਣਾ ਪਿਆ, ਇਹ ਸੂਈ ਕੀ, ਤੇਰਾ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ ਤੇ ਤੂੰ ਇਹ ਛੇਤੀ ਕਰ, ਹੁਣੇ ਹੀ ਵਾਪਸ ਕਰਿਆ, ਮਤੇ ਤੂੰ ਵਾਪਸ ਕਰਨ ਤੋਂ ਪਹਿਲਾਂ ਮਰ ਜਾਏ, ਇਹ ਕੁਛ ਤੇਰੇ ਨਾਲ ਨਹੀਂ ਜਾਣ ਵਾਲਾ। ਉਹਨੂੰ ਸਮਝ ਪੈ ਗਈ। ਉਹ ਛੇਤੀ ਨਾਲ ਸੂਈ ਲੈ ਕੇ ਗੁਰੂ ਨਾਨਕ ਸਾਹਿਬ ਕੋਲ ਆ ਗਿਆ ਤੇ ਆਖਣ ਲੱਗਾ ਵੀ ਗੁਰੂ ਜੀ, ਆ ਸੂਈ ਆਪਣੀ ਤੁਸੀਂ ਹੁਣੇ ਹੀ ਲੈ ਲਵੋ, ਮੇਰੀ ਘਰਵਾਲੀ ਨੇ ਮੈਨੂੰ ਦੱਸਿਆ ਕਿ ਇਹ ਸੂਈ ਮੇਰੇ ਨਾਲ ਨਹੀਂ ਜਾਣੀ ਅੱਗੇ। ਗੁਰੂ ਜੀ ਨੇ ਉਹਨੂੰ ਬਸ ਇਸ਼ਾਰਾ ਹੀ ਕਾਫੀ ਹੁੰਦਾ ਸਿਆਣੇ ਬੰਦੇ ਵਾਸਤੇ। ਉਹਨੂੰ ਇਸ਼ਾਰਾ ਕੀਤਾ, ਇਹ ਗੱਲ ਸਮਝਾਈ ਕਿ ਦੇਖ, ਜਿਹੜਾ ਤੂੰ ਇੰਨਾ ਧਨ ਇਕੱਠਾ ਕੀਤਾ ਹੈ, ਜਿਹਦਾ ਤੂੰ ਮਾਣ ਤੇ ਹੰਕਾਰ ਕਰਦਾ ਹੈ, ਕੀ ਇਹ ਤੇਰੇ ਨਾਲ ਫਿਰ ਜਾਏਗਾ? ਜੇ ਇੱਕ ਸੂਈ ਵੀ ਨਾਲ ਨਹੀਂ ਜਾਣੀ ਤੇ ਇੰਨਾ ਜਿਹੜੇ ਤੂੰ ਅੰਬਾਰ ਜੋੜੇ ਨੇ ਇਹ ਤੇਰੇ ਨਾਲ ਜਾਣਗੇ? ਉਹਨੂੰ ਸਮਝ ਪੈ ਗਈ। ਉਹਨੇ ਹੱਥ ਜੋੜ ਕੇ ਮੁਆਫੀ ਮੰਗੀ ਤੇ ਗੁਰੂ ਜੀ ਨੂੰ ਪੁੱਛਿਆ ਵੀ ਹੁਣ ਮੈਂ ਕੀ ਕਰਾਂ ਫਿਰ ਇਹਦਾ। ਗੁਰੂ ਜੀ ਨੇ ਆਖਿਆ ਵੀ ਇਹ ਤੂੰ ਗਰੀਬਾਂ ਵਿੱਚ ਵੰਡ ਦੇ, ਭਾਵ ਲੋਕ ਭਲਾਈ ਦੇ ਕੰਮ ਕਰ, ਸੇਵਾ ਕਰ। ਜਿਹੜਾ ਕਨਸੈਪਟ ਗੁਰੂ ਜੀ ਨੇ ਦਿੱਤਾ ਨਾ ਸਾਨੂੰ ਵੰਡ ਕੇ ਛਕਣ ਦਾ, ਵੀ ਇਹ ਸਾਰੀ ਮਾਇਆ ਹੁਣ ਤੂੰ ਵੰਡ ਕੇ ਛਕ, ਹੁਣ ਕੱਲਾ ਨਾ ਖਾ। ਉਹਨੂੰ ਸਮਝ ਆ ਗਈ।
ਉਹਨੇ ਇਸੇ ਤਰ੍ਹਾਂ ਹੀ ਕੀਤਾ ਤੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਚੱਲ ਕੇ ਉਹਨੇ ਆਪਣੇ ਅਹੰਕਾਰ ਨੂੰ ਤਿਆਗ ਦਿੱਤਾ, ਜਿਹੜਾ ਧਨ ਦਾ ਹੰਕਾਰ ਸੀ ਉਸ ਨੂੰ। ਸੋ ਗੁਰੂ ਪੰਜਵੇਂ ਪਾਤਸ਼ਾਹ ਸਾਨੂੰ ਇਸ ਪਹਿਲੀ ਪੰਕਤੀ ਵਿੱਚ ਇਹੋ ਹੀ ਗੱਲ ਸਮਝਾਉਂਦੇ ਨੇ ਕਿ ਸਾਨੂੰ ਕਦੇ ਵੀ ਆਪਣੇ ਧਨ ਦਾ, ਆਪਣੇ ਅੱਗੇ ਬਲ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ, ਤਾਕਤ ਦੀ ਗੱਲ ਵੀ ਕੀਤੀ ਹੈ, ਕਦੇ ਵੀ ਸਾਨੂੰ ਕਿਸੇ ਵੀ ਚੀਜ਼ ਦਾ ਅਹੰਕਾਰ ਨਹੀਂ ਕਰਨਾ ਚਾਹੀਦਾ। ਸੋ ਗੁਰੂ ਪੰਜਵੇਂ ਪਾਤਸ਼ਾਹ ਦੇ ਬਚਨ ਨੇ ਕਿ ਸਹੀ ਅਰਥਾਂ ਵਿੱਚ ਸਾਡਾ ਧਨ ਕਿਹੜਾ ਏ, ਜਿਹੜਾ ਧਨ ਸਾਡੇ ਨਾਲ ਜਾਣਾ ਹੈ। ਉਹਨਾਂ ਦੇ ਪਵਿੱਤਰ ਬਚਨ ਨੇ, ਸੋਈ ਗਿਆਨੀ ਜੇ ਸਿਮਰੈ ਏਕ, ਸੋ ਧਨਵੰਤਾ ਜਿਸ ਬੁੱਧ ਵਿਵੇਕ। ਉਹ ਗਿਆਨਵਾਨ ਪੁਰਸ਼ ਹੈ ਸਹੀ ਅਰਥਾਂ ਵਿੱਚ, ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਾ ਹੈ ਤੇ ਸਿਮਰ ਕੇ ਉਸ ਦੇ ਨਾਮ ਰੂਪ ਸੱਚੇ ਧਨ ਨੂੰ ਇਕੱਠਾ ਕਰਦਾ ਹੈ। ਸਹੀ ਅਰਥਾਂ ਵਿੱਚ ਉਹ ਧਨਵਾਨ ਪੁਰਸ਼ ਹੈ ਜਿਹਦੇ ਕੋਲ ਵਿਵੇਕ ਬੁੱਧੀ ਹੈ, ਭਾਵ ਚੰਗੇ ਤੇ ਮਾੜੇ ਦੀ ਉਹ ਪਰਖ ਕਰਨਾ ਜਾਣਦਾ ਹੈ। ਮਾੜੀਆਂ ਚੀਜ਼ਾਂ ਦਾ ਉਹ ਤਿਆਗ ਕਰ ਦਿੰਦਾ ਹੈ, ਚੰਗੀਆਂ ਚੀਜ਼ਾਂ ਨੂੰ ਉਹ ਜੀਵਨ ਵਿੱਚ ਅਪਣਾ ਲੈਂਦਾ ਹੈ। ਉਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਧਨਵੰਤਾ ਯਾਨੀ ਧਨ ਵਾਲਾ ਸਮਝਦੇ ਨੇ, ਕਿਉਂਕਿ ਇਹ ਪਰਮੇਸ਼ਵਰ ਦਾ ਪਵਿੱਤਰ ਨਾਮ ਰੂਪ ਜਿਹੜਾ ਸੱਚਾ ਧਨ ਹੈ, ਕੇਵਲ ਉਹ ਧਨ ਹੀ ਸਾਡੇ ਨਾਲ ਜਾਣਾ ਹੈ। ਜਿਹੜਾ ਇਹ ਸੰਸਾਰ ਦਾ ਧਨ ਹੈ, ਜਿੰਨਾ ਵੀ ਵਾਲੇਵਾ ਅਸੀਂ ਇਕੱਠਾ ਕੀਤਾ ਹੈ, ਇਹ ਅਸੀਂ ਸੰਸਾਰ ਵਿੱਚੋਂ ਹੀ ਲਿਆ ਹੈ ਤੇ ਜਾਂਦੀ ਵਾਰੀ ਅਸੀਂ ਸੰਸਾਰ ਵਿੱਚ ਹੀ ਛੱਡ ਕੇ ਚਲੇ ਜਾਣਾ ਹੈ। ਇਸ ਲਈ ਸਾਨੂੰ ਇਹ ਧਨ ਧਰਮ ਦੀ ਕਿਰਤ ਕਰਕੇ ਤੇ ਕਮਾਉਣਾ ਚਾਹੀਦਾ ਹੈ। ਕਦੇ ਵੀ ਸਾਨੂੰ ਕਿਸੇ ਨਾਲ ਧੋਖਾ, ਹੇਰਾ ਫੇਰੀ ਜਾਂ ਕਿਸੇ ਦਾ ਨੁਕਸਾਨ ਕਰਕੇ ਧਨ ਇਕੱਠਾ ਕਰਨਾ, ਇਹ ਸਭ ਸਾਨੂੰ ਕਦੇ ਨਹੀਂ ਕਰਨਾ ਚਾਹੀਦਾ। ਗੁਰੂ ਜੀ ਨੇ ਪਹਿਲੀ ਪੰਕਤੀ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ ਵੀ ਭਾਈ ਵਿਵੇਕ ਵਰਤੋ। ਵਿਵੇਕ ਉਹ ਬੁੱਧ ਦਾ ਨਾਂ ਹੈ ਜਿਹਦੇ ਨਾਲ ਅਸੀਂ ਚੰਗੇ ਤੇ ਮੰਦੇ ਦਾ ਫੈਸਲਾ ਕਰਦੇ ਹਾਂ। ਭਾਈ ਆਪਣੇ ਵਿਵੇਕ ਨੂੰ ਵਰਤੋ, ਵਿਵੇਕ ਨੂੰ ਵਰਤ ਕੇ ਧਰਮ ਦੀ ਕਿਰਤ ਕਰੋ, ਭਲੇ ਕਰਮ ਕਮਾਵੋ ਤੇ ਆਪਣੇ ਧਨ ਆਦਿਕ ਵਸਤੂਆਂ ਦਾ ਅਹੰਕਾਰ ਨਾ ਕਰੋ। ਪੰਕਤੀ ਨੰਬਰ ਜਿਹੜੀ 2 ਹੈ ਉਹਦੇ ਵਿੱਚ ਦੱਸਦੇ ਨੇ, ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਬਿਨਾਸ਼। ਇਸ ਤਰ੍ਹਾਂ ਮੈਂ 2 ਪੰਕਤੀਆਂ ਲਈਆਂ ਨੇ, ਇਸ ਤਰ੍ਹਾਂ ਤੁਸੀਂ ਸਮਝਦੇ ਰਹਿਣਾ। ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ। ਲਸ਼ਕਰ ਦਾ ਮਤਲਬ ਹੁੰਦਾ ਹੈ ਜਿਵੇਂ ਲੋਕਾਂ ਨੇ ਫੌਜ ਰੱਖੀ ਹੁੰਦੀ ਏ। ਅੱਜ ਕੱਲ ਤੇ ਮੁਲਕ ਹੋਰ ਤਰ੍ਹਾਂ ਦਾ ਸਿਸਟਮ ਹੈ, ਡੈਮੋਕ੍ਰੇਸੀ ਹੈ ਤੇ ਸਾਡਾ ਇੱਕ ਪੂਰਾ ਮੁਲਕ ਹੈ ਤੇ ਉਹਦੀ ਇੱਕ ਫੌਜ ਹੈ। ਪੁਰਾਣੇ ਸਮੇਂ 'ਚ ਇਸ ਤਰ੍ਹਾਂ ਨਹੀਂ ਸੀ ਹੁੰਦਾ। ਛੋਟੇ ਛੋਟੇ ਰਜਵਾੜੇ ਹੁੰਦੇ ਸੀ ਤੇ ਉਹ ਰਾਜੇ ਆਪਣੀ ਛੋਟੀ ਛੋਟੀ ਫੌਜ ਰੱਖਦੇ ਸੀ। ਕਿਸੇ ਕੋਲ 50 ਸਿਪਾਹੀ ਹੁੰਦੇ, ਕਿਸੇ ਕੋਲ 100 ਹੁੰਦਾ, ਕਿਸੇ ਕੋਲ 200 ਹੁੰਦੇ। ਬਸ ਇੰਨੀ ਛੋਟੀ ਛੋਟੀ ਫੌਜ ਹੁੰਦੀ ਸੀ ਉਹਨਾਂ ਕੋਲ। ਪਰ ਗੁਰੂ ਸਾਹਿਬ ਆਖਦੇ ਨੇ ਜੇ ਕਿਸੇ ਕੋਲੇ ਬਹੁਤ ਸਾਰੀ ਵੱਡੀ ਫੌਜ ਵੀ ਹੋਵੇ, ਬਹੁਤ ਲਸ਼ਕਰ, ਉਹ ਆਪਣੀ ਫੌਜ ਤੇ ਮਾਣ ਕਰਦਾ ਹੋਵੇ, ਮਨੁੱਖਾਂ ਉੱਤੇ ਯਾਨੀ ਆਪਣੇ ਭੈਣਾਂ ਭਰਾਵਾਂ ਤੇ ਆਪਣੇ ਰਿਸ਼ਤੇਦਾਰਾਂ ਤੇ ਆਪਣੇ ਸਕਿਆਂ ਸੰਬੰਧੀਆਂ ਤੇ ਆਪਣੇ ਯਾਰਾਂ ਦੋਸਤਾਂ ਉੱਤੇ ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ। ਜਿਹੜਾ ਇਹਨਾਂ ਉੱਤੇ ਕੋਈ ਆਸ ਰੱਖਦਾ ਹੋਵੇ ਵੀ ਅੰਤ ਵੇਲੇ ਇਹਨਾਂ ਵਿੱਚੋਂ ਕੋਈ ਮੇਰਾ ਸਾਥ ਦੇਵੇਗਾ, ਕੋਈ ਜਣਾ ਮੇਰੀ ਸਹਾਇਤਾ ਕਰੇਗਾ, ਮੇਰੀ ਫੌਜ ਮੈਨੂੰ ਮਰਨ ਤੋਂ ਬਚਾ ਲਏਗੀ। ਜਿਹੜਾ ਬੰਦਾ ਇਹੋ ਜੀ ਆਸ ਰੱਖ ਕੇ ਜੀਵਨ ਜਿਉਂਦਾ ਹੈ, ਪਲ ਭੀਤਰ ਤਾਕਾ ਹੋਏ ਬਿਨਾਸ਼। ਬਿਨਾਸ਼ ਦਾ ਮਤਲਬ ਹੈ ਵਿਨਾਸ਼ ਹੋਣਾ। ਪਲ ਭੀਤਰ ਅਖੀਰਲਾ ਜਦੋਂ ਵਕਤ ਆਏਗਾ ਤੇ ਇੱਕ ਪਲ ਵਿੱਚ, ਭਾਵ ਛੋਟੀ ਤੋਂ ਛੋਟੀ ਇਕਾਈ ਇਹ ਸਮੇਂ ਦੀ, ਉਸ ਵਕਤ ਦੀ, ਅੱਜ ਅਸੀਂ ਇਹਨੂੰ ਸੈਕਿੰਡ ਆਖ ਸਕਦੇ ਹਾਂ, ਇੱਕ ਸੈਕਿੰਡ ਵਿੱਚ ਹੀ ਉਸ ਦਾ ਵਿਨਾਸ਼ ਹੋ ਜਾਏਗਾ। ਉਸ ਦੇ ਸਾਰੇ ਧਨ ਦਾ, ਉਸ ਦੇ ਸਾਰੇ ਅਹੰਕਾਰ ਦਾ, ਉਸ ਦੀਆਂ ਫੌਜਾਂ ਦਾ,
ਉਸ ਦੇ ਸੱਜਣਾ ਮਿੱਤਰਾਂ ਤੇ ਭੈਣਾਂ ਭਰਾਵਾਂ ਦਾ ਜਿਨ੍ਹਾਂ ਉੱਤੇ ਉਸਨੇ ਆਸ ਕੀਤੀ ਹੋਏਗੀ, ਇਹੋ ਜਿਹੇ ਮਨੁੱਖ ਦਾ ਇੱਕ ਛਿਨ ਵਿੱਚ ਹੀ ਵਿਨਾਸ਼ ਹੋ ਜਾਏਗਾ ਜਿਹੜਾ ਮਨੁੱਖ ਇਹੋ ਜਿਹੀ ਆਸ ਉੱਤੇ ਜ਼ਿੰਦਗੀ ਜਿਉਂਦਾ ਹੈ। ਗੁਰੂ ਸਾਹਿਬ ਆਖਦੇ ਨੇ, ਜੇ ਕੋਈ ਇਸ ਲਸ਼ਕਰ ਦਾ, ਇਹਨਾਂ ਫੌਜਾਂ ਦਾ ਮਾਣ ਕਰਦਾ ਹੈ ਤੇ ਉਸ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਏ। ਕਿਹੜੀ ਗੱਲ? ਪਹਿਲੇ ਪਾਤਸ਼ਾਹ ਨੇ ਸਾਨੂੰ ਆਪਣੇ ਬਚਨਾਂ ਰਾਹੀਂ ਸਮਝਾਇਆ ਹੈ। ਆਪ ਜੀ ਫਰਮਾਉਂਦੇ ਨੇ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਏ, ਉਹ ਸਭ ਤੋਂ ਵੱਡੀ ਤਾਕਤ ਦਾ ਮਾਲਕ ਏ। ਉਹੋ ਜੀ ਤਾਕਤ ਹੋਰ ਕਿਸੇ ਕੋਲ ਨਹੀਂ, ਚਾਹੇ ਕੋਈ 100 ਫੌਜ ਦੇ ਸਿਪਾਹੀਆਂ ਦਾ ਮਾਲਕ ਹੋਵੇ ਤੇ ਚਾਹੇ ਹਜ਼ਾਰਾਂ ਤੇ ਲੱਖਾਂ ਸਿਪਾਹੀਆਂ ਦਾ ਮਾਲਕ ਹੋਵੇ। ਪਰਮੇਸ਼ਵਰ ਚਾਹੇ ਤੇ ਇੱਕ ਛਿਣ ਵਿੱਚ ਉਸ ਬੰਦੇ ਦਾ ਹੀ ਨਹੀਂ, ਲੱਖਾਂ ਲਸ਼ਕਰ ਫਨਾਹ ਕਰ ਸਕਦਾ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾ। ਉਹ ਪਰਮਾਤਮਾ ਜਿੱਥੇ ਨਦੀਆਂ ਨੇ, ਦਰਿਆ ਨੇ, ਸਮੁੰਦਰ ਨੇ, ਉੱਥੇ ਟਿੱਬੇ ਵਿਖਾ ਸਕਦਾ। ਔਰ ਅਸੀਂ ਵੇਖ ਰਹੇ ਹਾਂ ਆਪਣੀ ਜ਼ਿੰਦਗੀ ਦੇ ਅੰਦਰ ਕਿ ਕਿੰਨੀਆਂ ਥਾਵਾਂ ਇਸ ਧਰਤੀ ਉੱਤੇ ਨੇ ਜਿਹੜੀਆਂ ਸਮੁੰਦਰ ਬਣ ਗਈਆਂ ਸਾਡੇ ਵੇਖਦਿਆਂ, ਤੇ ਕਿੰਨੀਆਂ ਥਾਵਾਂ ਨੇ ਸਮੁੰਦਰ ਵਿੱਚੋਂ ਨਿਕਲ ਕੇ ਉਹ ਟਿੱਬੇ ਬਣ ਚੁੱਕੇ ਨੇ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾ। ਜਿਹੜੇ ਥਲ ਨੇ, ਮਾਰੂ ਥਲ ਨੇ, ਜ਼ਮੀਨੀ ਇਲਾਕਾ ਹੈ, ਉੱਥੇ ਉਹ ਡੂੰਘੇ ਸਮੁੰਦਰ ਬਣਾ ਸਕਦਾ ਹੈ। ਕੀੜਾ ਥਾਪ ਦੇ ਪਾਤ ਸ਼ਾਹੀ, ਲਸ਼ਕਰ ਕਰੇ ਸੁਆ। ਕਿਸੇ ਗਰੀਬੜੇ ਜੇ ਬੰਦੇ ਨੂੰ ਉਹ ਪਾਤਸ਼ਾਹੀ ਦੇ ਸਕਦਾ ਹੈ ਤੇ ਲਸ਼ਕਰਾਂ ਨੂੰ ਸੁਆਹ ਕਰ ਸਕਦਾ ਹੈ, ਭਾਵ ਉਹਨਾਂ ਦਾ ਮਲੀਆ ਮੇਟ ਕਰ ਸਕਦਾ ਹੈ। ਸੋ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਇਸ ਅਹੰਕਾਰ ਵਿੱਚੋਂ ਸਾਨੂੰ ਨਿਕਲ ਜਾਣਾ ਚਾਹੀਦਾ ਹੈ। ਆਪਣੇ ਧਨ ਦਾ ਅਤੇ ਆਪਣੇ ਬਲ ਦਾ, ਆਪਣੀ ਸ਼ਕਤੀ ਦਾ ਸਾਨੂੰ ਕਦੇ ਮਾਣ ਨਹੀਂ ਕਰਨਾ ਚਾਹੀਦਾ। ਅੱਗੇ ਆਖਦੇ ਨੇ, ਸਭ ਤੇ ਆਪ ਜਾਣੈ ਬਲਵੰਤ। ਬਲਵੰਤ ਦਾ ਮਤਲਬ ਹੈ ਬਲ ਵਾਲਾ, ਸ਼ਕਤੀ ਵਾਲਾ, ਤਾਕਤ ਵਾਲਾ। ਉੱਤੇ ਤਾਕਤ ਦੱਸੀ ਜਿਹੜੀ ਸਾਡੇ ਕੋਲ ਤਾਕਤ ਹੁੰਦੀ ਹੈ ਫੌਜ ਆਦਿਕ ਦੀ, ਆਪਣੇ ਭੈਣਾਂ ਭਰਾਵਾਂ ਦੀ, ਆਪਣੇ ਰਿਸ਼ਤੇਦਾਰਾਂ ਦੀ, ਆਪਣੇ ਸੱਜਣਾ ਮਿੱਤਰਾਂ ਦੀ, ਆਪਣੇ ਧਨ ਦੀ, ਇਹ ਸਾਰੀ ਇੱਕ ਤਾਕਤ ਹੁੰਦੀ ਹੈ। ਇੱਕ ਤਾਕਤ ਹੁੰਦੀ ਹੈ ਸਾਡੇ ਕੋਲ ਸਰੀਰਕ ਤਾਕਤ। ਸਰੀਰ ਕਰਕੇ ਕੋਈ ਮਨੁੱਖ ਬਲਵਾਨ ਹੈ ਤੇ ਉਹ ਦੂਜਿਆਂ ਦੇ ਨਾਲ ਜਿਹਦੇ ਨਾਲ ਮਰਜ਼ੀ ਲੜ ਪੈਂਦਾ, ਝਗੜ ਪੈਂਦਾ, ਕਿਸੇ ਦੀ ਪਰਵਾਹ ਨਹੀਂ ਕਰਦਾ। ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਭਸਮੰਤ। ਭਸਮੰਤ ਦਾ ਮਤਲਬ ਹੁੰਦਾ ਹੈ ਭਸਮ ਹੋ ਜਾਣਾ, ਰਾਖ ਹੋ ਜਾਣਾ। ਜਿਹੜਾ ਮਨੁੱਖ ਆਪਣੇ ਆਪ ਨੂੰ ਬਹੁਤ ਬਲਸ਼ਾਲੀ ਮੰਨਦਾ ਹੈ, ਬੜਾ ਤਾਕਤਵਰ ਮੰਨਦਾ ਹੈ, ਤੇ ਅਖੀਰ ਇੱਕ ਵਕਤ ਆਉਂਦਾ ਹੈ ਕਿ ਇੱਕ ਖਿਣ ਲੱਗਦਾ ਹੈ ਜਦੋਂ ਉਹ ਭਸਮ ਦੀ ਢੇਰੀ ਹੋ ਜਾਂਦਾ ਹੈ। ਹੋਰ ਕੁਝ ਵੀ ਨਹੀਂ ਰਹਿੰਦਾ। ਇਹ ਸਰੀਰ ਮਿੱਟੀ ਦੇ ਵਿੱਚ ਮਿਲ ਕੇ ਮਿੱਟੀ ਹੋ ਜਾਂਦਾ ਹੈ, ਖਾਕ ਵਿੱਚ ਮਿਲ ਕੇ ਖਾਕ ਹੋ ਜਾਂਦਾ ਹੈ। ਉਹ ਜਿਹੜਾ ਬਲ ਜਿਹਦੇ ਉੱਤੇ ਬੰਦਾ ਮਾਣ ਕਰਦਾ ਸੀ, ਅਹੰਕਾਰ ਕਰਦਾ ਸੀ, ਉਹ ਸਾਰਾ ਬਲ, ਉਹ ਸਾਰੀ ਤਾਕਤ ਪਤਾ ਨਹੀਂ ਕਿੱਥੇ ਚਲੀ ਜਾਂਦੀ ਏ। ਉਹ ਵੀ ਮਿੱਟੀ ਵਿੱਚ ਮਿੱਟੀ ਹੀ ਹੋ ਜਾਂਦੀ ਏ। ਅੱਗੇ ਆਖਦੇ ਨੇ, ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਬਦੈ ਦਾ ਮਤਲਬ ਹੁੰਦਾ ਹੈ ਕਿਸੇ ਦੀ ਪਰਵਾਹ ਨਾ ਕਰਨਾ। ਨਾ ਬਦੈ, ਕਿਸੇ ਦੀ ਜਿਹੜਾ ਬੰਦਾ ਪਰਵਾਹ ਨਹੀਂ ਕਰਦਾ। ਕਿਸੇ ਵੱਡੇ ਦੀ, ਕਿਸੇ ਛੋਟੇ ਦੀ, ਕਿਸੇ ਚੰਗੇ ਦੀ, ਕਿਸੇ ਗਰੀਬੜੇ ਦੀ ਜਿਹੜਾ ਬੰਦਾ ਕਦੀ ਪਰਵਾਹ ਨਹੀਂ ਕਰਦਾ ਤੇ ਆਪਣੇ ਆਪ ਵਿੱਚ ਹੀ ਹੰਕਾਰੀ ਹੋਇਆ ਆਫਰਿਆ ਫਿਰਦਾ ਹੈ। ਧਰਮ ਰਾਏ ਤਿਸ ਕਰੇ ਖੁਆਰੀ, ਉਸ ਨੂੰ ਧਰਮ ਰਾਜਾ ਖੁਆਰ ਕਰਦਾ ਹੈ। ਭਾਵ ਉਹਨੂੰ ਪਰਮਾਤਮਾ ਦੇ ਹੁਕਮ ਵਿੱਚ ਅੱਗੇ ਫਿਰ ਮਾੜੀਆਂ ਨਿੰਦਨਯੋਗ ਜੂਨੀਆਂ ਵਿੱਚ ਪਾ ਦਿੱਤਾ ਜਾਂਦਾ, ਜਿੱਥੇ ਪੈ ਕੇ ਉਹ ਖੁਆਰ ਹੁੰਦਾ ਰਹਿੰਦਾ। ਸੋ ਜਦੋਂ ਆਪਾਂ ਧਰਮ ਰਾਜੇ ਦੀ ਗੱਲ ਕਰਦੇ ਹਾਂ ਤੇ ਸਾਡੇ ਧਿਆਨ ਵਿੱਚ ਨਾ ਇੱਕ ਗੱਲ ਇਸ ਤਰ੍ਹਾਂ ਦੀ, ਜਿਹੜੀ ਅਸੀਂ ਪੁਰਾਣੇ ਸਮੇਂ ਤੋਂ ਸੁਣਦੇ ਆ ਰਹੇ ਹਾਂ, ਉਹ ਇਸ ਤਰ੍ਹਾਂ ਦੀ ਇੱਕ ਤਸਵੀਰ ਬਣ ਜਾਂਦੀ ਏ ਕਿ ਜਿਵੇਂ ਇੱਕ ਧਰਮ ਰਾਜੇ ਦਾ ਕੋਈ ਵੱਡਾ ਜਿਹਾ ਦਫ਼ਤਰ ਹੈ ਕਿਤੇ ਆਕਾਸ਼ ਦੇ ਵਿੱਚ, ਉੱਥੇ ਉਹ ਆਪਣਾ ਦਫ਼ਤਰ ਲਾ ਕੇ ਬੈਠਾ ਹੋਇਆ ਹੈ।
ਉਹ ਜੀਵਾਂ ਨੂੰ ਕੱਲੇ ਨੂੰ ਅੰਦਰ ਆਵਾਜ਼ ਮਾਰਦਾ, ਲੇਖਾ ਜੋਖਾ ਕਰਦਾ ਤੇ ਫਿਰ ਉਹਨੂੰ ਉਹਦਾ ਹਿਸਾਬ ਚੁਕਤਾ ਕਰਕੇ ਬਾਹਰ ਕੱਢ ਦਿੰਦਾ ਹੈ। ਸਾਡੇ ਧਿਆਨ 'ਚ ਕੋਈ ਇਹੋ ਜਿਹੀ ਮੂਰਤ ਬਣ ਜਾਂਦੀ ਏ। ਅਸੀਂ ਇਸ ਤਰ੍ਹਾਂ ਵੀ ਸੁਣਿਆ ਹੋਇਆ ਹੈ ਕਿ ਸਾਡੇ ਮੋਢਿਆਂ ਉੱਤੇ ਚਿੱਤਰ ਤੇ ਗੁਪਤ ਬੈਠੇ ਹੋਏ ਨੇ। ਇੱਕ ਚਿੱਤਰ ਮੈਨੇ ਦਿਨ ਦੀ ਤਸਵੀਰ ਸਾਡੀ ਸਾਰੇ ਦਿਨ ਦਾ ਲੇਖਾ ਜੋਖਾ ਕਰਦਾ ਰਹਿੰਦਾ ਹੈ। ਗੁਪਤ ਮੈਨੇ ਰਾਤ ਦੇ ਵੇਲੇ ਉਹ ਜੋ ਅਸੀਂ ਕਰਦੇ ਹਾਂ ਉਹਦਾ ਲੇਖਾ ਜੋਖਾ ਲਿਖਦਾ ਰਹਿੰਦਾ ਹੈ। ਉਹ ਚਿੱਤਰ ਤੇ ਗੁਪਤ ਸਾਡੇ ਮੋਢਿਆਂ ਤੇ ਬੈਠੇ ਹੋਏ ਨੇ। ਇਸ ਤਰ੍ਹਾਂ ਅਸੀਂ ਕਹਾਣੀਆਂ ਕਥਾ ਸੁਣਦੇ ਰਹੇ ਹਾਂ ਪੁਰਾਣੇ ਸਮੇਂ ਵਿੱਚ, ਅੱਜ ਵੀ ਸੁਣਨ ਨੂੰ ਮਿਲਦੀਆਂ ਨੇ, ਲੇਕਿਨ ਗੁਰਮਤਿ ਦਾ ਇਹ ਸਿਧਾਂਤ ਨਹੀਂ ਹੈ। ਗੁਰਮਤਿ ਇਹੋ ਜਿਹੇ ਕਿਸੇ ਚਿੱਤਰ ਗੁਪਤ ਨੂੰ ਨਹੀਂ ਮੰਨਦੀ। ਗੁਰਮਤਿ ਇਹੋ ਜਿਹੇ ਕਿਸੇ ਧਰਮ ਰਾਜੇ ਨੂੰ ਵੀ ਨਹੀਂ ਮੰਨਦੀ ਜਿਹੜਾ ਕਿਤੇ ਆਕਾਸ਼ ਵਿੱਚ ਦਫ਼ਤਰ ਬਣਾ ਕੇ ਲਗਾ ਕੇ ਬੈਠਾ ਹੋਵੇ। ਇਸ ਤਰ੍ਹਾਂ ਦੀ ਕੋਈ ਗੱਲ ਗੁਰਮਤਿ ਨਹੀਂ ਮੰਨਦੀ। ਗੁਰਮਤਿ ਮੰਨਦੀ ਹੈ ਕਿ ਪਰਮਾਤਮਾ ਦਾ ਰਾਜ ਹੀ ਧਰਮ ਦਾ ਰਾਜ ਹੈ। ਉਹਦੇ ਰਾਜ ਵਿੱਚ ਕਿਸੇ ਨਾਲ ਅਨਿਆਂ ਨਹੀਂ ਹੁੰਦਾ, ਸਭਨਾਂ ਦੇ ਨਾਲ ਧਰਮ ਦੇ ਆਧਾਰ ਤੇ ਨਿਬੇੜਾ ਹੁੰਦਾ ਹੈ। ਇਹ ਗੁਰਮਤਿ ਦਾ ਮੰਨਣਾ ਹੈ। ਸੋ ਮੈਂ ਆਪ ਜੀ ਦੇ ਨਾਲ ਇੱਕ ਬਚਨ ਸਾਂਝਾ ਕਰਨਾ ਚਾਹੁੰਦਾ, ਚੌਥੇ ਪਾਤਸ਼ਾਹ ਦਾ ਪੰਨਾ ਨੰਬਰ 99 ਤੇ ਦਰਜੇ ਇੱਕ ਪੌੜੀ ਹੈ ਪੂਰੀ। ਮੈਂ ਸਾਰੀ ਪੌੜੀ ਨਹੀਂ ਸਾਂਝੀ ਕਰਾਂਗਾ ਤੇ ਤੁਸੀਂ ਇਹਦਾ ਨੋਟ ਕਰ ਲਓ ਪੰਨਾ ਨੰਬਰ ਤੇ ਸਾਰੀ ਪੌੜੀ ਆਪ ਪੜ੍ਹ ਲੈਣਾ। ਪੰਨਾ ਨੰਬਰ 99 ਯਾਨੀ 89 ਤੇ ਉਹਦੇ ਵਿੱਚ ਚੌਥੇ ਪਾਤਸ਼ਾਹ ਜੀ ਨੇ ਸਾਨੂੰ ਇਸ ਧਰਮ ਰਾਜੇ ਬਾਰੇ ਸਮਝਾਇਆ ਹੋਇਆ ਕਿ ਉਹ ਧਰਮ ਰਾਜਾ ਕੌਣ ਹੈ ਜਿਸ ਨੂੰ ਗੁਰਮਤਿ ਮੰਨਦੀ ਏ। ਗੁਰੂ ਜੀ ਆਖਦੇ ਨੇ, ਹਰ ਜਲ ਥਲ ਮਹੀਲ ਭਰਪੂਰ। ਜਲ ਮੈਨੇ ਪਾਣੀ, ਥਲ ਮੈਨੇ ਧਰਤੀ, ਮਹੀਲ ਮੈਨੇ ਆਕਾਸ਼। ਪਰਮਾਤਮਾ ਯਾਨੀ ਹਰੀ ਵਾਹਿਗੁਰੂ ਜਲ ਵਿੱਚ, ਥਲ ਵਿੱਚ ਤੇ ਇਸ ਪੂਰੇ ਸਪੇਸ ਵਿੱਚ, ਆਕਾਸ਼ ਵਿੱਚ ਨੱਕਾ ਨੱਕ ਭਰਿਆ ਹੋਇਆ, ਭਰਪੂਰ ਹੈ, ਯਾਨੀ ਕੋਈ ਜਗ੍ਹਾ ਉਸ ਤੋਂ ਬਿਨਾਂ ਖਾਲੀ ਨਹੀਂ ਹੈ। ਦੂਜਾ ਨਾ ਹੈ ਕੋਈ ਹੋਰ, ਕੋਈ ਦੂਸਰਾ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਜਿਹੜਾ ਉਹਦਾ ਸ਼ਰੀਕ ਮੰਨਿਆ ਜਾ ਸਕੇ, ਉਹੋ ਜਿਹਾ ਆਖਿਆ ਜਾ ਸਕੇ, ਕੋਈ ਹੋਰ ਨਹੀਂ। ਹੁਣ ਅੱਗੇ ਕੀ ਦੱਸਦੇ ਨੇ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਹਰ ਆਪ ਬਹਿ ਕਰੇ ਨਿਆਉ। ਹੁਣ ਇੱਥੇ ਦੇਖੋ ਉੱਤੇ ਦੱਸਿਆ ਗੁਰੂ ਜੀ ਨੇ ਕਿ ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਧਰਮ ਰਾਜਾ ਉਸ ਨੂੰ ਖੁਆਰ ਕਰਦਾ ਹੈ। ਹਰ ਆਪ ਬਹਿ ਕਰੇ ਨਿਆਉ। ਪਰਮਾਤਮਾ ਆਪ ਹੀ ਧਰਮ ਦੇ ਆਧਾਰ ਤੇ ਨਿਆਂ ਕਰਦਾ ਹੈ, ਨਿਬੇੜਾ ਕਰਦਾ ਹੈ। ਹਰ ਆਪ ਬਹਿ ਕਰੇ ਨਿਆਉ, ਕੂੜਿਆਰ ਸਭ ਮਾਰ ਕਢੋਏ। ਇੱਕ ਹੁੰਦੇ ਨੇ ਲੋਕ ਸਚਿਆਰ, ਇੱਕ ਹੁੰਦੇ ਨੇ ਕੂੜਿਆਰ। ਜਪਜੀ ਸਾਹਿਬ ਸਾਨੂੰ ਇਹੋ ਹੀ ਗੱਲ ਸਮਝਾਈ ਸੀ, ਕਿਵ ਸਚਿਆਰਾ ਹੋਈ ਹੈ। ਸਾਡੇ ਜੀਵਨ ਦਾ ਜਿਹੜਾ ਲਕਸ਼ ਹੈ ਨਾ ਜੀ, ਸਭ ਤੋਂ ਪਹਿਲਾ ਜਿਹੜਾ ਬਚਨ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿੱਚ ਕੀਤਾ ਉਹ ਇਹੋ ਹੀ ਹੈ ਕਿ ਅਸੀਂ ਸਚਿਆਰ ਬਣਨਾ ਹੈ। ਸਚਿਆਰ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜਾ ਸੁੰਦਰ ਕੀਤਾ ਹੈ। ਉਹ ਆਖਦੇ ਨੇ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਕਾਸ਼ ਹੋਣ ਦੇ, ਪ੍ਰਕਾਸ਼ਮਾਨ ਹੋਣ ਦੇ ਯੋਗ ਬਣਨਾ ਹੈ ਕਿ ਸਾਡੇ ਅੰਦਰ ਪਰਮਾਤਮਾ ਪ੍ਰਕਾਸ਼ਮਾਨ ਹੋ ਸਕੇ, ਸਾਡੇ ਅੰਦਰ ਉਹ ਹਾਜ਼ਰ ਹਜ਼ੂਰ ਤੇ ਜ਼ਾਹਰ ਜ਼ਹੂਰ ਹੋ ਸਕੇ। ਇਹੋ ਜੀ ਅਸੀਂ ਆਪਣੀ ਸੁਰਤ ਬਣਾਉਣੀ ਹੈ, ਆਪਣਾ ਧਿਆਨ ਬਣਾਉਣਾ ਹੈ, ਆਪਣੇ ਕਰਮ ਕਰਨੇ ਨੇ। ਸੋ ਇੱਕ ਤਰ੍ਹਾਂ ਦੇ ਸਚਿਆਰ ਲੋਕ ਨੇ, ਇੱਕ ਤਰ੍ਹਾਂ ਦੇ ਕੂੜਿਆਰ ਲੋਕ ਨੇ ਜਿਹੜੇ ਝੂਠੇ ਨੇ, ਜਿਨ੍ਹਾਂ ਦੇ ਅੰਦਰ ਸੱਚ ਨਹੀਂ, ਜਿਨ੍ਹਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਹਰ ਆਪ ਬਹਿ ਕਰੇ ਨਿਆਉ, ਕੂੜਿਆਰ ਸਭ ਮਾਰ ਕਢੋਏ। ਵਾਹਿਗੁਰੂ ਜੀ ਆਪ ਸਾਰਿਆਂ ਜੀਵਾਂ ਦਾ, ਸਚਿਆਰਾਂ ਦਾ ਅਤੇ ਕੂੜਿਆਰਾਂ ਦਾ ਨਿਆਂ ਆਪ ਬਹਿ ਕੇ ਕਰਦਾ ਹੈ। ਸੱਚਿਆਂ ਨੂੰ ਆਪਣੇ ਘਰ ਵਿੱਚ ਨਿਵਾਸ ਦੇ ਦਿੰਦਾ ਹੈ ਤੇ ਕੂੜਿਆਰਾਂ ਨੂੰ ਮਾਰ ਕਢੋਏ ਯਾਨੀ ਆਪਣੀ ਦਰਗਾਹ ਚੋਂ ਮਾਰ ਕੇ ਕੱਢ ਦਿੰਦਾ ਹੈ। ਇਹਦਾ ਮਤਲਬ ਬੜਾ ਸਿੱਧਾ ਹੈ ਕਿ ਉਹ ਜੂਨੀਆਂ ਵਿੱਚ ਭਟਕਦੇ ਰਹਿੰਦੇ ਨੇ। ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀਓ ਏ। ਜਿਹੜੇ ਸਚਿਆਰ ਲੋਕ ਨੇ
ਉਹਨਾਂ ਨੂੰ ਇੱਜ਼ਤ ਮਾਣ ਦਿੰਦਾ ਪਰਮਾਤਮਾ। ਇੱਥੇ ਵੇਖੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਲਿਖੇ ਨੇ ਕਿ ਜਿਹੜੇ ਲੋਕ ਸਚਿਆਰ ਹੋ ਜਾਂਦੇ ਨੇ, ਵਾਹਿਗੁਰੂ ਜੀ ਆਪ ਉਹਨਾਂ ਨੂੰ ਇੱਜ਼ਤ ਮਾਣ ਦਿੰਦੇ ਨੇ, ਆਦਰ ਦਿੰਦੇ ਨੇ। ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਂ ਕੀਓ ਏ। ਵਾਹਿਗੁਰੂ ਜੀ ਆਪ ਧਰਮ ਦਾ ਨਿਆਂ ਕਰਦੇ ਹਨ। ਸਚਿਆਰਾਂ ਨੂੰ ਆਦਰ ਤੇ ਮਾਣ ਦਿੰਦੇ ਨੇ, ਕੂੜਿਆਰਾਂ ਨੂੰ ਮਾਰ ਕੇ ਆਪਣੀ ਦਰਗਾਹ ਚੋਂ ਬਾਹਰ ਕੱਢ ਦਿੰਦੇ ਨੇ। ਭਾਵ ਉਹਨਾਂ ਨੂੰ ਆਪਣੇ ਨਾਲੋਂ ਸਦਾ ਲਈ, ਜਾਂ ਇਸ ਤਰ੍ਹਾਂ ਆਖੀਏ ਲੰਮੇ ਅਰਸੇ ਲਈ ਵਿਛੋੜ ਦਿੰਦੇ ਨੇ, ਜਿਹਦੇ ਵਿੱਚੋਂ ਆਪਾਂ ਵੀ ਹੁਣ ਉਹ ਹੋਈਆਂ ਕਿ ਅਸੀਂ ਵਿਛੜੇ ਹੋਏ ਹਾਂ। ਤੁਹਾਡੇ ਵਿੱਚੋਂ ਜਿਹੜਾ ਕੋਈ ਭੈਣ ਭਰਾ ਮਿਲ ਪਿਆ ਹੋਵੇ, ਭਾਈ ਤੁਸੀਂ ਨਹੀਂ, ਮੈਂ ਆਪਣੀ ਗੱਲ ਕਰਦਾ ਕਿ ਅਸੀਂ ਲੋਕ ਜਿਹੜੇ ਵਿਛੜੇ ਹੋਏ ਹਾਂ, ਸਾਨੂੰ ਮੰਨੋ ਪਰਮਾਤਮਾ ਨੇ ਆਪਣੀ ਦਰਗਾਹ ਚੋਂ ਕੱਢਿਆ ਹੋਇਆ। ਜੇ ਅਸੀਂ ਹੁਣ ਚੰਗੇ ਕਰਮ ਕਰੀਏ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੀਏ, ਜਿਵੇਂ ਮੈਂ ਉੱਤੇ ਬੇਨਤੀ ਕੀਤੀ ਏ, ਗੁਰੂ ਸਾਹਿਬ ਨੇ ਆਖਿਆ ਸੋਈ ਗਿਆਨੀ ਜੇ ਸਿਮਰੈ ਏਕ। ਅਸਲ ਵਿੱਚ ਉਹੋ ਹੀ ਮਨੁੱਖ ਆਪਣੇ ਆਪੇ ਦੀ ਸੂਝ ਰੱਖਣ ਵਾਲਾ ਹੈ। ਗਿਆਨੀ ਦਾ ਮਤਲਬ ਇੱਥੇ ਆ ਜਿਹਨੂੰ ਆਪਣੇ ਆਪੇ ਦਾ ਗਿਆਨ ਹੋ ਜਾਏ, ਆਪਣੇ ਆਪੇ ਦੀ ਸੋਝੀ ਆ ਜਾਏ, ਉਸ ਨੂੰ ਗਿਆਨੀ ਆਖਦੇ ਨੇ। ਸੋ ਜਿਹੜਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇਗਾ, ਉਹ ਗਿਆਨਵਾਨ ਮਨੁੱਖ ਹੋਏਗਾ, ਉਹ ਸਚਿਆਰ ਬਣ ਜਾਏਗਾ। ਤੇ ਜਿਵੇਂ ਹੀ ਉਹ ਸਚਿਆਰ ਬਣੇਗਾ, ਉਹ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਜਾਏਗਾ। ਵਾਹਿਗੁਰੂ ਵੱਲੋਂ ਆਪਣੇ ਨਾਲ ਬਿਠਾ ਕੇ ਉਹਨੂੰ ਆਦਰ ਮਾਣ ਦਿੱਤਾ ਜਾਏਗਾ। ਤੇ ਜਿਹੜੇ ਮੇਰੇ ਵਰਗੇ ਲੋਕ ਕੂੜਿਆਰ ਹੋਣਗੇ, ਉਹਨਾਂ ਨੂੰ ਜੋਨੀਆਂ ਵਿੱਚ ਪਾ ਦਿੱਤਾ ਜਾਏਗਾ। ਫਿਰ ਉਹ ਜਨਮ ਤੇ ਮਰਨ ਦੇ ਗੇੜ ਵਿੱਚ ਪੈ ਕੇ ਖੁਆਰ ਹੁੰਦੇ ਰਹਿਣਗੇ। ਸੋ ਇਹ ਹੈ ਗੁਰਮਤਿ ਦਾ ਕਨਸੈਪਟ, ਜਿਹੜਾ ਧਰਮ ਰਾਜੇ ਵਾਲਾ, ਪਰਮਾਤਮਾ ਦੇ ਦਰ ਪ੍ਰਵਾਨ ਹੋਣ ਵਾਲਾ ਤੇ ਪਰਮਾਤਮਾ ਦੇ ਦਰ ਤੋਂ ਕੱਢ ਦਿੱਤੇ ਜਾਣ ਵਾਲਾ, ਭਾਵ ਉਹਦੇ ਨਾਲੋਂ ਵਿਛੜ ਜਾਣ ਵਾਲਾ ਕਨਸੈਪਟ। ਇਹੋ ਹੀ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ, ਕਿਸੈ ਨਾ ਬਦੈ ਆਪ ਅਹੰਕਾਰੀ। ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ, ਆਪਣੇ ਆਪੇ ਵਿੱਚ ਹੰਕਾਰ ਵਿੱਚ ਆਥਰਿਆ ਫਿਰਦਾ ਹੈ, ਧਰਮ ਰਾਏ ਤਿਸ ਕਰੇ ਖੁਆਰੀ। ਪਰਮਾਤਮਾ ਦਾ ਜਿਹੜਾ ਧਰਮ ਦਾ ਨਿਆਂ ਹੈ, ਉਸ ਧਰਮ ਦੇ ਨਿਆਂ ਦੇ ਆਧਾਰ ਤੇ ਉਸ ਨੂੰ ਖੁਆਰ ਹੀ ਹੋਣਾ ਪੈਂਦਾ ਹੈ, ਤੇ ਪਰਮਾਤਮਾ ਦਾ ਇਹ ਹੁਕਮ ਹੀ ਹੈ। ਸੋ ਇੱਥੇ ਇਹ ਗੱਲ ਸਾਨੂੰ ਸਮਝਾਈ ਗਈ ਹੈ। ਸੋ ਆਪਾਂ ਸਾਰੇ ਯਤਨ ਕਰੀਏ ਕਿ ਆਪਣੇ ਅੰਦਰੋਂ ਧਨ ਦਾ ਮਾਣ, ਆਪਣੇ ਵੱਡੇ ਹੋਣ ਦਾ ਮਾਣ, ਆਪਣੀਆਂ ਬਾਹਾਂ ਦੇ ਬਲ ਦਾ ਮਾਣ, ਤੇ ਕਿਸੇ ਦੀ ਪਰਵਾਹ ਨਾ ਕਰਨਾ, ਇਹ ਜਿਹੜਾ ਹੰਕਾਰ ਹੈ, ਇਸ ਦਾ ਤਿਆਗ ਕਰ ਦਈਏ। ਅਸੀਂ ਮਸਕੀਨ ਬਣ ਕੇ ਜ਼ਿੰਦਗੀ ਜੀਵੀਏ। ਮਸਕੀਨ ਦਾ ਮਤਲਬ ਹੈ ਨਿਮਰਤਾ ਵਿੱਚ ਰਹਿ ਕੇ, ਗਰੀਬੜਾ ਜਿਹਾ ਬਣ ਕੇ, ਹੰਕਾਰ ਨਹੀਂ ਕਰਨਾ। ਅਖੀਰ ਵਿੱਚ ਗੁਰੂ ਜੀ ਨੇ ਆਖਿਆ, ਗੁਰ ਪ੍ਰਸਾਦ ਜਾਕਾ ਮਿਟੈ ਅਭਿਮਾਨ। ਗੁਰੂ ਦੀ ਕਿਰਪਾ ਦੁਆਰਾ ਜਿਸ ਕਿਸੇ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ, ਅਹੰਕਾਰ ਖਤਮ ਹੋ ਜਾਂਦਾ ਹੈ, ਸੋ ਜਨ ਉਹ ਗੁਰੂ ਦਾ ਪ੍ਰਮਾਤਮਾ ਦਾ ਸੇਵਕ, ਨਾਨਕ ਦਰਗਾਹ ਪ੍ਰਵਾਨ, ਵਾਹਿਗੁਰੂ ਜੀ ਦੀ ਦਰਗਾਹ ਵਿੱਚ ਪ੍ਰਵਾਨ ਚੜ ਜਾਂਦਾ ਹੈ। ਸੋ ਇਹ ਅਹੰਕਾਰ ਕਿੰਨਾ ਮਾੜਾ ਏ, ਇਹ ਸਾਨੂੰ ਅਸਲ ਵਿੱਚ ਪਰਮਾਤਮਾ ਨਾਲੋਂ ਜੁਦਾ ਕਰਨ ਵਾਲਾ, ਉਹਦੇ ਨਾਲੋਂ ਵੱਖਰਿਆਂ ਕਰਨ ਵਾਲਾ ਹੈ ਹੀ ਹੰਕਾਰ, ਹੋਰ ਕੋਈ ਕਾਰਨ ਨਹੀਂ ਹੈ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਏਈ ਬੰਧਨਾ, ਫਿਰ ਜੋਨੀ ਪਾਹੇ। ਇੱਥੇ ਕਿੰਨਾ ਸਪਸ਼ਟ ਕੀਤਾ ਗੁਰੂ ਸਾਹਿਬ ਨੇ ਕਿ ਹਉਮੈ ਦਾ ਬੱਝਾ ਹੋਇਆ ਹੀ ਮਨੁੱਖ ਮੁੜ ਕੇ ਜੂਨੀਆਂ ਵਿੱਚ ਪੈਂਦਾ ਰਹਿੰਦਾ। ਸੋ ਇਹ ਹੰਕਾਰ ਹੈ ਕਿੱਥੇ ਆ ਸਾਡੇ ਅੰਦਰ? ਵਿਦਵਾਨ ਲੋਕਾਂ ਨੇ ਸਾਡੇ ਅੰਦਰ ਨਾ ਇੱਕ ਅੰਤਸ਼ਕਰਨ ਮੰਨਿਆ ਹੋਇਆ। ਅੰਤਸ਼ਕਰਨ, ਜਿਸ ਨੂੰ ਅਸੀਂ ਕਈ ਵਾਰੀ ਹਿਰਦਾ ਵੀ ਕਹਿ ਦਿੰਦੇ ਆ, ਪਰ ਇਹਦਾ ਅੰਤਸ਼ਕਰਨ ਜਿਹੜਾ ਨਾ, ਅੰਤਹਕਰਨ ਜ਼ਿਆਦਾ ਵਧੀਆ ਢੁਕਵਾਂ ਨਾਮ ਹੈ। ਇਹਨੂੰ 4 ਭਾਗਾਂ ਵਿੱਚ ਵੰਡਿਆ ਹੋਇਆ ਹੈ। ਅੰਤਸ਼ਕਰਨ ਨੂੰ 4 ਭਾਗਾਂ ਵਿੱਚ ਵੰਡਿਆ ਹੋਇਆ ਹੈ। ਉਹ 4 ਭਾਗ ਨੇ ਮਨ, ਬੁੱਧ, ਚਿੱਤ ਤੇ ਅਹੰਕਾਰ।
ਇਹ 4 ਭਾਗ ਨੇ। ਇਹਨਾਂ ਨੂੰ ਸੰਖੇਪ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਮੈਂ ਇਸ ਤੋਂ ਬਾਅਦ ਮੈਂ ਸਮਾਪਤੀ ਕਰ ਦਿਆਂਗਾ। ਇਹ ਜਿਹੜੇ 4 ਭਾਗ ਨੇ, ਪਹਿਲਾ ਭਾਗ ਹੈ ਮਨ। ਮਨ ਦਾ ਮਤਲਬ ਹੈ ਸੰਕਲਪ ਤੇ ਵਿਕਲਪ ਜਿਹੜੇ ਸਾਡੇ ਅੰਦਰ ਪੈਦਾ ਹੁੰਦੇ ਨੇ। ਮਨ ਦਾ ਕੋਈ ਆਕਾਰ ਨਹੀਂ, ਕੋਈ ਇਸ ਤਰ੍ਹਾਂ ਦਾ ਸਾਡੇ ਅੰਦਰ ਉਹ ਕੋਈ ਅੰਗ ਨਹੀਂ ਹੈ ਜਿਹਨੂੰ ਅਸੀਂ ਵੇਖ ਸਕੀਏ ਜਾਂ ਜਿਹਦੀ ਪਰਖ ਪੜਚੋਲ ਕਰ ਸਕੀਏ। ਬਸ ਮਨ ਵਿਚਾਰਾਂ ਦਾ ਇੱਕ ਗੁੱਥਾ ਹੈ, ਜਿੱਥੋਂ ਇਹ ਵਿਚਾਰ ਉੱਠਦੇ ਨੇ, ਵਿਚਾਰ ਬਣਦੇ ਨੇ, ਵਿਚਾਰ ਢਹਿੰਦੇ ਨੇ, ਜਿਨ੍ਹਾਂ ਨੂੰ ਆਪਾਂ ਫੁਰਨੇ ਕਹਿੰਦੇ ਆ। ਮੇਰੇ ਅੰਦਰ ਫੁਰਨਾ ਪੈਦਾ ਹੋਇਆ, ਫਿਰ ਉਹ ਖਤਮ ਹੋ ਗਿਆ, ਉਹ ਮਨ ਹੈ। ਬੁੱਧ ਹੈ, ਜਿਵੇਂ ਅਸੀਂ ਉੱਤੇ ਗੱਲ ਕੀਤੀ ਸੀ ਕਿ ਬੁੱਧ ਸਾਡੇ ਚੰਗੇ ਤੇ ਮਾੜੇ ਦਾ ਨਿਰਣਾ ਕਰਦੀ ਏ ਕਿ ਮੇਰੇ ਲਈ ਜੀਵਨ ਵਿੱਚ ਚੰਗਾ ਕਰਮ ਕੀ ਏ ਤੇ ਮਾੜਾ ਕਰਮ ਕੀ ਏ। ਚਿੱਤ ਹੁੰਦਾ, ਚੇਤੇ ਨਾਲ ਇਹਦਾ ਸੰਬੰਧ ਏ। ਇਹ ਚਿੱਤ ਉਹ ਥਾਂ ਏ ਸਾਡੇ ਅੰਤਸ਼ਕਰਨ ਦਾ, ਉਹ ਭਾਗ ਏ ਜਿੱਥੇ ਸਾਡੇ ਕੀਤੇ ਹੋਏ ਕਰਮ ਸਟੋਰ ਹੁੰਦੇ ਨੇ। ਅਸੀਂ ਵੇਖਿਆ ਜੋ ਕੁਝ ਚੰਗਾ ਜਾਂ ਮਾੜਾ, ਉਹ ਜਿੱਥੇ ਇਕੱਠਾ ਹੁੰਦਾ ਹੈ। ਜੋ ਅਸੀਂ ਸੁਣਿਆ ਚੰਗਾ ਜਾਂ ਮਾੜਾ, ਉਹ ਇਕੱਠਾ ਹੁੰਦਾ ਹੈ। ਜੋ ਅਸੀਂ ਬੋਲਿਆ ਹੈ, ਉਹਦਾ ਅਸਰ ਸਾਡੇ ਉਸ ਦਿਮਾਗੀ ਹਿੱਸੇ ਵਿੱਚ ਜਮ੍ਹਾਂ ਹੋ ਜਾਂਦਾ ਹੈ। ਸੋ ਵੇਖਣਾ, ਸੁੰਘਣਾ, ਅਸੀਂ ਪਿੱਛੇ ਜੇ ਨਾ ਇੱਕ ਕਥਾ ਵਿੱਚ 5 ਗਿਆਨ ਇੰਦਰੀਆਂ ਦੀ ਗੱਲ ਕੀਤੀ ਸੀ। ਉਹਨਾਂ 5 ਗਿਆਨ ਇੰਦਰੀਆਂ ਵਿੱਚੋਂ ਸਭ ਤੋਂ ਵਧੇਰੇ ਜੇ ਸਾਡੇ ਉੱਤੇ ਕਿਸੇ ਦਾ ਪ੍ਰਭਾਵ ਪੈਂਦਾ ਹੈ ਤੇ ਉਹ ਅੱਖਾਂ ਰਾਹੀਂ ਵੇਖੇ ਹੋਏ ਦਾ ਪ੍ਰਭਾਵ ਪੈਂਦਾ ਹੈ। ਵਿਦਵਾਨਾਂ ਦਾ ਮਤ ਹੈ ਕਿ ਤਕਰੀਬਨ 70 ਤੋਂ 80% ਸਾਡੇ ਉੱਤੇ ਜਿਹੜਾ ਪ੍ਰਭਾਵ ਪੈਂਦਾ ਹੈ ਉਹ ਅੱਖਾਂ ਨਾਲ ਵੇਖੇ ਹੋਏ ਦਾ ਪੈਂਦਾ ਹੈ। ਬਾਕੀ ਚੀਜ਼ਾਂ ਦਾ ਬਹੁਤ ਥੋੜਾ ਹੈ। ਸੋ ਇਸੇ ਲਈ ਮਹਾਂਪੁਰਸ਼ ਆਪਣੀਆਂ ਅੱਖਾਂ ਜ਼ਿਆਦਾਤਰ ਬੰਦ ਰੱਖਦੇ ਨੇ। ਉਹ ਬੈਠਣਗੇ ਚੌਂਕੜਾ ਲਗਾ ਕੇ ਅੱਖਾਂ ਬੰਦ ਕਰਕੇ ਬੈਠਣਗੇ। ਬਸ ਇਹ ਜ਼ਰੂਰੀ ਨੁਕਤਾ ਸਮਝਣ ਵਾਲਾ ਹੈ ਜਿਨ੍ਹਾਂ ਨੇ ਅਧਿਆਤਮਿਕਤਾ ਤੇ ਅੱਗੇ ਵਧਣਾ ਹੈ ਕਿ ਸਾਨੂੰ 4 ਚੁਫੇਰੇ ਬਿਨਾਂ ਵਜ੍ਹਾ ਤੋਂ ਵੇਖਦੇ ਨਹੀਂ ਰਹਿਣਾ ਚਾਹੀਦਾ। ਆਪਣੇ ਧਿਆਨ ਨੂੰ ਸੰਕੋਚ ਕੇ ਰੱਖਣਾ ਚਾਹੀਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਹਰ ਵਕਤ ਅੱਖਾਂ ਬੰਦ ਕਰੀ ਰੱਖਣੀਆਂ ਨੇ, ਇਹ ਨਹੀਂ ਆਖੀ ਗੱਲ। ਮੈਂ ਆਖਦਾ ਹਾਂ ਕਿ ਅੱਖਾਂ ਨੂੰ ਸੰਕੋਚਣਾ ਚਾਹੀਦਾ ਹੈ। ਇਹਨਾਂ ਦੀ ਵਰਤੋਂ ਸੰਕੋਚ ਨਾਲ ਕਰਨੀ ਚਾਹੀਦੀ ਹੈ। ਭਾਵ ਪਰਾਏ ਰੂਪ ਨੂੰ ਅਸੀਂ ਵੇਖਣ ਤੋਂ ਸੰਕੋਚ ਕਰੀਏ। ਜੇ ਵੇਖੀਏ ਤੇ ਇਸ ਤਰ੍ਹਾਂ ਵੇਖੀਏ ਇਹ ਹਰ ਕਾ ਰੂਪ ਹੈ, ਇਸ ਢੰਗ ਨਾਲ ਵੇਖੀਏ। ਪਰਾਇਆ ਧਨ ਹੈ, ਪਰਾਇਆ ਤਨ ਹੈ, ਪਰਾਈ ਜਾਇਦਾਦ ਹੈ, ਪਰਾਈ ਸੁੰਦਰਤਾ ਹੈ, ਇਹ ਸਾਰੀਆਂ ਚੀਜ਼ਾਂ ਨੂੰ ਵੇਖਣ ਤੋਂ ਸੰਕੋਚ ਕਰੀਏ। ਜੇ ਵੇਖੀਏ ਤੇ ਇਸ ਤਰ੍ਹਾਂ ਵੇਖੀਏ ਇਹ ਸਭ ਵਾਹਿਗੁਰੂ ਜੀ ਦਾ ਆਪਣਾ ਜ਼ਹੂਰ ਹੈ, ਉਸ ਦਾ ਆਪਣਾ ਪ੍ਰਕਾਸ਼ ਹੈ। ਇਸ ਤਰ੍ਹਾਂ ਵੇਖਾਂਗੇ ਤੇ ਚੰਗੇ ਰਹਾਂਗੇ। ਫਿਰ ਉਹ ਚੀਜ਼ਾਂ ਸਾਡੇ ਚਿੱਤ ਵਿੱਚ ਇਕੱਠੀਆਂ ਹੁੰਦੀਆਂ ਨੇ। ਸੋ ਇਸ ਨੂੰ ਆਖਦੇ ਨੇ ਚਿੱਤ, ਜਿੱਥੇ ਸਾਡਾ ਸਾਰਾ ਵੇਖਿਆ, ਸੁਣਿਆ, ਸੁੰਘਿਆ, ਚੱਖਿਆ, ਛੂਹਿਆ, ਉਹ ਜਿੱਥੇ ਸਟੋਰ ਹੁੰਦਾ ਹੈ। ਅਖੀਰ ਤੇ ਹੈ ਅਹੰਕਾਰ। ਇਹ ਚੌਥਾ ਭਾਗ ਹੈ ਸਾਡੇ ਅੰਤਸ਼ਕਰਨ ਦਾ, ਅਹੰਕਾਰ। ਅਹੰਕਾਰ ਬਾਰੇ ਵਿਦਵਾਨਾਂ ਦਾ ਮਤ ਹੈ ਕਿ ਅਹੰਕਾਰ ਇੱਕ ਉਹ ਭਾਵਨਾ ਹੈ ਜਿਹੜੀ ਭਾਵਨਾ ਸਾਨੂੰ ਇੱਕ ਦੂਜੇ ਤੋਂ ਵੱਖਰਿਆਂ ਜਨਾਉਂਦੀ ਹੈ। ਰੱਬ ਨਾਲੋਂ ਵੀ ਵੱਖਰਾ ਸਾਨੂੰ ਹੰਕਾਰ ਹੀ ਕਰਦਾ ਹੈ। ਤੇ ਤੂੰ ਮੈਂ ਦਾ ਜਿਹੜਾ ਭੇਦ ਹੈ ਨਾ ਸਾਡੇ ਅੰਦਰ, ਉਹ ਵੀ ਹੰਕਾਰ ਨਾਲ ਹੀ ਪੈਦਾ ਹੁੰਦਾ ਹੈ। ਹੰਕਾਰ ਦੁਆਰਾ ਹੀ ਸਾਨੂੰ ਸਮਝ ਆਉਂਦੀ ਹੈ ਕਿ ਮੈਂ ਕੌਣ ਹਾਂ ਤੇ ਦੂਸਰਾ ਕੌਣ ਹੈ। ਯਾਨੀ ਤੂੰ ਤੇ ਮੈਂ ਦਾ ਜਿਹੜਾ ਭੇਦ ਹੈ ਉਹ ਅਹੰਕਾਰ ਦੁਆਰਾ ਹੀ ਪੈਦਾ ਹੁੰਦਾ ਹੈ। ਜਿਸ ਕਿਸੇ ਮਨੁੱਖ ਦਾ ਜਦੋਂ ਅਹੰਕਾਰ ਖਤਮ ਹੋ ਜਾਂਦਾ ਹੈ ਉਦੋਂ ਉਹਦਾ ਇਹ ਤੂੰ ਤੇ ਮੈਂ ਵਾਲਾ ਭੇਦ ਮੁੱਕ ਜਾਂਦਾ ਹੈ, ਦੂਈ ਦਵੈਸ਼ ਖਤਮ ਹੋ ਜਾਂਦੀ ਹੈ। ਤੇ ਮੈਂ ਪ੍ਰਮਾਣ ਲਿਆ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਵਿੱਚੋਂ। ਉਹ ਆਖਦੇ ਨੇ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋਂ ਤਤ ਤੂੰ। ਜਦੋਂ ਕਿਸੇ, ਵੈਸੇ ਇੱਥੇ ਗੱਲ ਕਬੀਰ ਜੀ ਆਪਣੀ ਕਰਦੇ ਨੇ ਕਿ ਮੇਰਾ ਹੁਣ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰ ਕਰਕੇ ਆਪਾ ਤੇ ਪਰਕਾ ਜਿਹੜਾ ਭੇਦ ਸੀ ਉਹ ਮਿਟ ਗਿਆ, ਉਹ ਭੇਦ ਖਤਮ ਹੋ ਗਿਆ। ਹੁਣ ਮੈਂ ਜਿਸ ਪਾਸੇ ਵੇਖਦਾ ਹਾਂ ਉਸ ਪਾਸੇ ਤੂੰ ਹੀ ਮੈਨੂੰ ਨਜ਼ਰ ਆਉਣਾ ਹੈ। ਪ੍ਰਮਾਤਮਾ, ਤੇਰੇ ਤੋਂ ਬਿਨਾਂ ਹੋਰ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ। ਹੁਣ
ਮੇਰੀ ਇਹ ਅਵਸਥਾ ਤੇਰਾ ਸਿਮਰਨ ਕਰ ਕਰਕੇ ਬਣ ਗਈ ਏ। ਸੋ ਅਸੀਂ ਕਰਨਾ ਕੀ, ਗੁਰ ਪ੍ਰਸਾਦ ਜਾਕਾ ਮਿਟੈ ਅਭਿਮਾਨ। ਜਿਸ ਕਿਸੇ ਮਨੁੱਖ ਦਾ ਗੁਰੂ ਦੀ ਕਿਰਪਾ ਸਦਕਾ ਅਹੰਕਾਰ ਮਿਟ ਜਾਂਦਾ ਹੈ। ਤੇ ਗੁਰੂ ਦੀ ਕਿਰਪਾ ਕਦੋਂ ਹੋਣੀ ਹੈ? ਜਦੋਂ ਗੁਰੂ ਦੀ ਕਿਰਪਾ ਦੇ ਅਸੀਂ ਪਾਤਰ ਬਣਨਾ। ਪਾਤਰ ਦਾ ਮਤਲਬ ਹੁੰਦਾ ਹੈ ਭਾਂਡਾ। ਜਦੋਂ ਬਰਸਾਤ ਪੈ ਰਹੀ ਹੋਵੇ, ਭਾਂਡਾ ਸਿੱਧਾ ਹੋਵੇ ਤੇ ਉਹ ਬਰਸਾਤ ਦੇ ਜਲ ਨਾਲ, ਉਸ ਪਵਿੱਤਰ ਪਾਣੀ ਦੇ ਨਾਲ ਭਰ ਜਾਂਦਾ ਹੈ। ਜੇਕਰ ਭਾਂਡਾ ਉਲਟਾ ਪਿਆ ਹੋਵੇ, ਮੁੱਧਾ ਪਿਆ ਹੋਵੇ, ਜਿੰਨਾ ਮਰਜੀ ਮੀਂਹ ਪੀਂਦਾ ਰਵੇ, ਉਹ ਭਾਂਡਾ ਕਦੇ ਵੀ ਨਹੀਂ ਭਰੇਗਾ। ਸੋ ਗੁਰ ਪ੍ਰਸਾਦ ਵਾਸਤੇ ਸਾਨੂੰ ਆਪਣਾ ਹਿਰਦਾ ਰੂਪ ਭਾਂਡਾ ਸਿੱਧਾ ਕਰਨਾ ਹੋਏਗਾ। ਵਾਹਿਗੁਰੂ ਜੀ ਦੀ ਬਖਸ਼ਿਸ਼, ਵਾਹਿਗੁਰੂ ਜੀ ਦੀ ਮਿਹਰ ਸਦਾ ਹੀ ਬਰਸਦੀ ਏ। ਸਾਰੀ ਦੁਨੀਆ ਤੇ ਬਰਸ ਰਹੀ ਏ, ਸਭ ਜੀਵਾਂ ਤੇ ਸਮੁੱਚੀ ਕਾਇਨਾਤ ਤੇ ਬਰਸ ਰਹੀ ਏ। ਪਰ ਉਹਨੂੰ ਮਿਹਰ ਕੀ ਕਰੇ ਜੇ ਸਾਡੇ ਹਿਰਦੇ ਰੂਪ ਭਾਂਡੇ ਹੀ ਪੁੱਠੇ ਪਏ ਹੋਣ ਤੇ। ਬਸ ਆਹ ਗੱਲ ਸਮਝਣ ਵਾਲੀ ਏ। ਅਸੀਂ ਆਪਣੇ ਹਿਰਦੇ ਰੂਪ ਭਾਂਡੇ ਨੂੰ ਸਿੱਧਾ ਕਰੀਏ। ਇਹ ਸਿੱਧਾ ਹੋਣਾ ਕਿਵੇਂ ਆ? ਹੋਣਾ ਹੈ ਸਿਮਰਨ ਦੇ ਨਾਲ, ਵਾਹਿਗੁਰੂ ਵਾਹਿਗੁਰੂ ਜਪਨ ਦੇ ਨਾਲ। ਜਿਵੇਂ ਜਿਵੇਂ ਕੋਈ ਮਨੁੱਖ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰੇਗਾ, ਤਿਵੇਂ ਤਿਵੇਂ ਉਹਦਾ ਹਿਰਦਾ ਰੂਪ ਭਾਂਡਾ ਸਿੱਧਾ ਹੋ ਜਾਏਗਾ। ਜਿਵੇਂ ਜਿਵੇਂ ਭਾਂਡਾ ਸਿੱਧਾ ਹੋਏਗਾ, ਤਿਵੇਂ ਤਿਵੇਂ ਗੁਰੂ ਦੀ ਕਿਰਪਾ ਉਸ ਭਾਂਡੇ ਵਿੱਚ ਪੈਣੀ ਪ੍ਰਾਰੰਭ ਹੋ ਜਾਏਗੀ। ਜਿਵੇਂ ਜਿਵੇਂ ਗੁਰੂ ਦੀ ਕਿਰਪਾ ਇਸ ਭਾਂਡੇ 'ਚ ਪਵੇਗੀ, ਤਿਵੇਂ ਤਿਵੇਂ ਅਹੰਕਾਰ ਵਿੱਚੋਂ ਨਿਕਲਣਾ ਸ਼ੁਰੂ ਹੋ ਜਾਏਗਾ। ਆਪਾਂ ਇਹ ਤੇ ਗੱਲ ਸਮਝਦੇ ਹਾਂ, ਕਿਸੇ ਭਾਂਡੇ ਵਿੱਚ ਗੰਦਾ ਪਾਣੀ ਪਿਆ ਹੋਵੇ, ਉਹਦੇ ਉੱਤੋਂ ਅਸੀਂ ਇੱਕ ਚੰਗੇ ਪਾਣੀ ਦੀ ਇੱਕ ਧਾਰ ਚਲਾ ਦਈਏ, ਇੱਕ ਨਲ ਚਲਾ ਦਈਏ, ਉਹਦੇ ਵਿੱਚੋਂ ਪਾਣੀ ਪੈਂਦਾ ਰਵੇ ਤੇ ਜਿਹੜਾ ਮਾੜਾ ਪਾਣੀ, ਗੰਦਾ ਪਾਣੀ ਹੌਲੀ ਹੌਲੀ ਆਪੇ ਹੀ ਨਿਕਲ ਜਾਂਦਾ। ਬਸ ਇਹ ਪਰਮਾਤਮਾ ਦੇ ਨਾਮ ਸਿਮਰਨ ਦੀ ਇੱਕ ਧਾਰ ਅੰਦਰ ਚਲਾ ਦਈਏ। ਜਿਵੇਂ ਜਿਵੇਂ ਧਾਰ ਚੱਲੇਗੀ, ਅਹੰਕਾਰ ਰੂਪੀ ਗੰਦਾ ਪਾਣੀ ਸਾਡੇ ਅੰਤਸ਼ਕਰਨ ਚੋਂ ਆਪਣੇ ਆਪ ਨਿਕਲਣਾ ਸ਼ੁਰੂ ਹੋ ਜਾਏਗਾ। ਸੋ ਇਸ ਨੂੰ ਆਖਦੇ ਨੇ ਗੁਰੂ ਦੀ ਕਿਰਪਾ। ਸੋ ਜਿਸ ਕਿਸੇ ਮਨੁੱਖ ਉੱਤੇ ਗੁਰੂ ਦੀ ਕਿਰਪਾ ਹੁੰਦੀ ਏ, ਉਹਦੇ ਅੰਦਰੋਂ ਅਹੰਕਾਰ ਖਤਮ ਹੋ ਜਾਂਦਾ। ਸੋ ਜਨ ਉਹ ਪਰਮਾਤਮਾ ਦਾ ਪਿਆਰਾ ਭਗਤ ਨਾਨਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਦਰਗਾਹ ਪ੍ਰਵਾਨ, ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਯਾਨੀ ਉਹ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਜਾਂਦਾ ਹੈ। ਹੁਣ ਉਹ ਵਾਹਿਗੁਰੂ ਜੀ ਦੇ ਨਾਲੋਂ ਕਦੇ ਵੀ ਵਿਛੜੇਗਾ ਨਹੀਂ, ਵਿਛੜ ਕੇ ਦੁੱਖ ਨਹੀਂ ਪਾਏਗਾ, ਜਿਵੇਂ ਅਸੀਂ ਸਾਰੇ ਲੋਕ ਪਾ ਹੀ ਰਹੇ ਹਾਂ। ਸੋ ਅੱਜ ਦੀ ਜਿਹੜੀ ਵਿਚਾਰ ਹੈ ਮੈਂ ਇੱਥੇ ਹੀ ਸਮਾਪਤ ਕਰਦਾ ਹਾਂ। ਤੇ ਇਸ ਬੰਦ ਨੰਬਰ 2 ਵਿੱਚ ਗੁਰੂ ਜੀ ਨੇ ਸਾਨੂੰ ਮੁੱਖ ਰੂਪ ਵਿੱਚ ਹਰ ਪ੍ਰਕਾਰ ਦਾ ਆਪਣਾ ਅਹਮ ਤਿਆਗਣ ਦੀ ਗੱਲ ਕੀਤੀ ਹੈ ਤੇ ਗੁਰੂ ਦੀ ਕਿਰਪਾ ਨੂੰ ਹਾਸਲ ਕਰਨ ਦੀ ਗੱਲ ਕੀਤੀ ਹੈ। ਹੰਕਾਰ ਛੱਡਾਂਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਪ੍ਰਾਪਤ ਹੋਏਗੀ। ਵਾਹਿਗੁਰੂ ਜੀ ਦੀ ਕਿਰਪਾ ਪ੍ਰਾਪਤ ਹੋਏਗੀ ਤੇ ਹੰਕਾਰ ਛੁੱਟ ਜਾਏਗਾ, ਨਿਕਲ ਜਾਏਗਾ, ਖਤਮ ਹੋ ਜਾਏਗਾ। ਉਹਦੇ ਲਈ ਅਸੀਂ ਕਰਨਾ ਹੈ ਸਿਮਰਨ। ਜਿੰਨਾ ਜਿੰਨਾ ਤੁਸੀਂ ਸਿਮਰਨ ਵਧਾਓਗੇ, ਓਨੀ ਓਨੀ ਵਧੇਰੇ ਵਾਹਿਗੁਰੂ ਜੀ ਦੀ ਕਿਰਪਾ ਹੋਏਗੀ। ਜਿੰਨਾ ਭਾਂਡਾ ਵਧੇਰੇ ਸਿੱਧਾ ਹੋਏਗਾ, ਓਨਾ ਮੀਂਹ ਦੀਆਂ ਕਣੀਆਂ ਜ਼ਿਆਦੀਆਂ ਡਿੱਗਣਗੀਆਂ। ਜਿੰਨਾ ਥੋੜਾ ਸਿੱਧਾ ਹੋਏਗਾ, ਓਨੀਆਂ ਕਣੀਆਂ ਘੱਟ ਪੈਣਗੀਆਂ। ਇਹ ਤੇ ਸਿੱਧਾ ਜਿਹਾ ਕਨਸੈਪਟ ਹੈ, ਕੋਈ ਇਹਦੇ 'ਚ ਵਲ ਵਿੰਗ ਹੈ ਹੀ ਨਹੀਂ। ਸੋ ਆਓ ਆਪਾਂ ਯਤਨ ਕਰੀਏ, ਆਪਣਾ ਹਿਰਦਾ ਰੂਪ ਭਾਂਡਾ ਸਿੱਧਾ ਕਰੀਏ, ਪਰਮੇਸ਼ਵਰ ਦਾ ਨਾਮ ਜਪੀਏ। ਜਿਵੇਂ ਜਿਵੇਂ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ, ਤਿਵੇਂ ਤਿਵੇਂ ਅੰਦਰੋਂ ਇਹ ਵਿਕਾਰ ਨਿਕਲਣਗੇ। ਜਿਵੇਂ ਜਿਵੇਂ ਵਿਕਾਰ ਨਿਕਲਣਗੇ, ਤਿਵੇਂ ਤਿਵੇਂ ਅਸੀਂ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੁੰਦੇ ਜਾਵਾਂਗੇ। ਸੋ ਅਖੀਰ ਵਿੱਚ ਜੇ ਆਖਣਾ ਹੋਵੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇਨ੍ਹਾਂ ਸ਼ਬਦਾਂ ਨਾਲ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।